ਇਨਫਲੇਸ਼ਨ ਨੰਬਰ ਸਵੇਰ ਸਾਰ ਜਦੋਂ ਵੇਖੇ, ਕਿਉਂਕਿ ਅਰਲੀ ਇਨ ਦ ਮਾਰਨਿੰਗ 5:15 5:30 ਦੇ ਗੇੜ ਦੇ ਵਿੱਚ ਆਪਣੇ ਸਥਾਨਕ ਸਮੇਂ ਮੁਤਾਬਕ ਇਹ ਨੰਬਰਸ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕਰ ਦਿੱਤੇ ਜਾਂਦੇ ਨੇ। ਅਤੇ ਇਹ ਜਿਹੜਾ ਮਹਿੰਗਾਈ ਦੇ ਅੰਕੜੇ ਵਿਚਲਾ ਵਾਧਾ ਹੈ, ਇਹ ਅਜਿਹਾ ਹੈ ਜਿਹੜਾ ਪਿਛਲੇ 40 ਸਾਲਾਂ ਦੇ ਵਿੱਚ ਕਦੀ ਵੇਖਿਆ ਨਹੀਂ ਗਿਆ। 7.7% 7.7 ਸੱਤਿਆਂ ਦੇ ਸਤਾਏ ਹੋਏ ਕੈਨੇਡੀਅਨ। ਅਤੇ ਉਹ ਵੀ ਉਦੋਂ ਜਦੋਂ ਇੰਟਰਸਟ ਰੇਟ ਨੇ ਵਧਾਏ ਹੋਏ। ਮਤਲਬ ਤੁਸੀਂ ਇਹ ਦੇਖੋ ਕਿ ਮਾਰਚ ਤੋਂ ਇਹ ਟ੍ਰੈਂਡ ਸ਼ੁਰੂ ਹੋ ਗਿਆ ਸੀ। ਇਹ ਛੰਦ ਵਿੱਚ ਬੋਲੀ ਤੁਸੀਂ ਗੱਲ। ਨਹੀਂ ਤਾਂ ਸਾਥੀਆਂ ਦੇ ਸਤਾਏ ਹੋਏ, ਇਹ ਉਦੋਂ ਜਦੋਂ ਇੰਟਰਸਟ ਰੇਟ ਨੇ ਵਧਾਏ ਹੋਏ। ਹਾਂ, ਇਹ ਮੁੱਢ ਤਾਂ ਤੁਸੀਂ ਬੰਨਿਆ ਇਹ ਦੇਖੋ। ਇਹ ਪੂਰੀ ਬਣ ਸਕਦੀ ਹੈ ਜੀ, ਅਸੀਂ ਸਕੋਪ ਹੈਗਾ ਇਹਦੇ 'ਚ। ਹਾਂ, ਸਕੋਪ ਹੈਗਾ, ਇਹਨੂੰ ਕਰਦੇ ਹਾਂ ਐਕਸਪਲੋਰ ਜੇ ਸਮਾਂ ਰਿਹਾ ਤਾਂ। ਪਰ ਬਸ ਉਹ ਗੱਲ ਇਹ ਹੈ, ਇਹ ਪੂਰੀ ਡਿਟੇਲ ਇਹਦੀ ਸਾਂਝੀ ਕਰਦੇ ਹਾਂ। ਹਾਂਜੀ। ਪਰ ਜਦੋਂ ਦੇਖੋ ਵਿਆਜ ਦਰਾਂ ਦੇ ਵਿੱਚ ਮਾਰਚ ਤੋਂ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ, ਇਹਦੇ ਬਾਰੇ ਕਲੀਅਰ ਸੰਕੇਤ ਵੀ ਬੈਂਕ ਆਫ ਕੈਨੇਡਾ ਵੱਲੋਂ ਦੇ ਦਿੱਤੇ ਗਏ ਕਿ ਆਉਂਦੇ ਸਮੇਂ 'ਚ ਇੰਟਰਸਟ ਰੇਟ ਹੋਰ ਵਧਾਏ ਜਾਣਗੇ। ਉਹ ਤੋਂ ਮਗਰੋਂ ਫਿਰ 2 ਵਾਰ ਤਾਂ ਅੱਧਾ % ਦਾ ਹਾਈਕ ਹੋ ਚੁੱਕਾ। ਹੁਣ ਤੇ ਅਗਲੇ ਮਹੀਨੇ ਆ ਜਿਹੜੇ ਅੰਕੜੇ ਨੇ, ਇਹਨਾਂ ਨੇ ਤੇ ਹੋਰ ਰਾਹ ਪੱਧਰਾ ਕਰਤਾ 0.75% ਦੇ ਇੰਟਰਸਟ ਰੇਟ ਹਾਈਕ ਦਾ, ਜੋ ਕਿ US ਫੈਡਰਲ ਰਿਜ਼ਰਵ ਵੱਲੋਂ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਆਲਰੇਡੀ ਕਰ ਦਿੱਤਾ ਗਿਆ ਜੀ। ਅਤੇ ਜੇ ਮਹਿੰਗਾਈ ਦੀ ਗੱਲ ਕਰੀਏ ਤਾਂ UK ਦੇ ਵਿੱਚ 9.1% ਜਿਹੜੀ ਅੱਜ ਇਨਫਲੇਸ਼ਨ ਦਰਜ ਕੀਤੀ ਗਈ ਆ। ਅਤੇ ਇਸੇ ਕਰਕੇ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਬਾਰ-ਬਾਰ ਇਹ ਕਹਿੰਦੇ ਨੇ ਵੀ ਬਾਕੀ ਸਾਰੇ G7 ਮੁਲਕਾਂ ਤੋਂ ਕੈਨੇਡਾ ਅਜੇ ਵੀ ਬਿਹਤਰ ਸਥਿਤੀ ਵਿੱਚ ਆ। ਪਰ ਬਿਹਤਰ ਸਥਿਤੀ ਕੀ ਹੈ? 7.7% ਇਨਫਲੇਸ਼ਨ, 1983 ਤੋਂ ਬਾਅਦ ਲਾਰਜੈਸਟ ਹਾਈਕ ਇਨ ਇਨਫਲੇਸ਼ਨ ਐਵਰ। ਸੋ ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਓਬਵੀਅਸਲੀ ਗੈਸੋਲੀਨ ਪ੍ਰਾਈਸਿਸ ਨੇ ਅਦਾ ਕੀਤਾ ਜੀ। ਅਪ੍ਰੈਲ ਦੇ ਮੁਕਾਬਲੇ ਗੈਸ ਦੇ ਪ੍ਰਾਈਸਿਸ ਮਈ ਮਹੀਨੇ 12% ਵੱਧ ਗਏ। ਜੇ ਤੁਸੀਂ ਇਹਨੂੰ ਐਨੂਅਲੀ ਵੇਖਦੇ ਹੋ ਤਾਂ ਪਿਛਲੇ ਸਾਲ ਦੀ ਮਈ ਮੁਕਾਬਲੇ 48% ਕੀਮਤਾਂ ਵਧੀਆਂ ਨੇ ਗੈਸ ਦੀਆਂ, 48% ਦੁੱਗਣੀਆਂ ਹੋ ਗਈਆਂ। ਹਾਂ, ਲਾਸਟ ਈਅਰ ਦੇ ਮੁਕਾਬਲੇ। ਸੋ ਤਾਹੀਓਂ ਵਾਸੂ ਜਿਹੜੇ ਹਰ ਚੀਜ਼ ਦੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਫਿਊਲ ਕਾਸਟ ਆ, ਉਹ ਹਰ ਚੀਜ਼ ਦੇ ਵਿੱਚ ਫਿਰ ਰੈਪਲੀਕੇਟ ਹੁੰਦੀ ਆ। ਇਸੇ ਕਰਕੇ ਜਿਹੜਾ ਹੁਣ ਅਸੀਂ ਮਹਿੰਗਾਈ ਦਰ ਵਿਚਲਾ ਵਾਧਾ ਵੇਖ ਰਹੇ ਹਾਂ, ਜੇ ਇਹਨੂੰ ਮੰਥ ਓਵਰ ਮੰਥ ਕੰਪੇਅਰ ਕਰੀਏ ਕਿ ਅਪ੍ਰੈਲ ਦੇ ਮੁਕਾਬਲੇ ਮਈ ਦੇ ਵਿੱਚ ਕੀਮਤਾਂ ਦੇ ਵਿੱਚ ਕਿੰਨਾ ਵਾਧਾ ਹੋਇਆ ਇੱਥੇ ਕੈਨੇਡਾ 'ਚ, ਤਾਂ ਉਹ ਵੀ 1.4% ਬਣਦਾ। ਮੰਥ ਓਵਰ ਮੰਥ ਇਨਫਲੇਸ਼ਨ ਦਾ ਇਹ ਅੰਕੜਾ ਵੀ, ਮਤਲਬ ਤੁਸੀਂ ਇਹ ਵੇਖੋ ਕਿ ਜਿੰਨੀ ਸਰਕਾਰ ਦਾ ਇੱਕ ਟਾਰਗੇਟ ਹੁੰਦਾ ਨਾ ਕਿ ਐਨੂਅਲ ਇਨਫਲੇਸ਼ਨ ਹੋਵੇ 2% ਆ, ਮਤਲਬ ਉਹ 1.4% ਕੀਮਤਾਂ ਇੱਕੋ ਮਹੀਨੇ 'ਚ, ਸਾਲ 'ਚ ਨਹੀਂ, ਇੱਕੋ ਮਹੀਨੇ 'ਚ ਵੱਧ ਜਾਣੀਆਂ। ਅਤੇ ਨਾਲ ਹੀ ਵਜੇ ਹਮੇਸ਼ਾ ਕੰਪੈਰੀਜ਼ਨ ਹੁੰਦਾ ਕਿ ਜੇ ਮਹਿੰਗਾਈ ਵੱਧ ਰਹੀ ਹੈ ਅਤੇ ਉਹਦੇ ਹਿਸਾਬ ਨਾਲ ਤਨਖਾਹਾਂ ਕਿਸ ਪੱਧਰ ਵੱਧ ਰਹੀਆਂ ਨੇ। ਸੋ ਉਹਦੇ 'ਚ ਪਤਾ ਲੱਗਿਆ ਵੀ ਆਵਰਲੀ ਵੇਜਿਸ ਜੇ ਪਿਛਲੇ ਸਾਲ ਦੀ ਮਈ ਨਾਲ ਕੰਪੇਅਰ ਕਰੋਗੇ ਤਾਂ ਇਸ ਸਾਲ ਮਈ ਦੇ ਵਿੱਚ, ਪਿਛਲੇ ਮਤਲਬ 12 ਮਹੀਨਿਆਂ ਵਿੱਚ 3.9%, 3.9% ਹੀ ਤਨਖਾਹਾਂ ਵਧੀਆਂ ਨੇ, ਪਰ ਮਹਿੰਗਾਈ ਜਿਹੜੀ ਆ ਉਹ 7.7% ਵਧੀ ਹੈ। ਅਤੇ ਜੇ ਵਾਸੂ ਗੈਸ ਦੀਆਂ ਕੀਮਤਾਂ ਨੂੰ ਐਕਸਕਲੂਡ ਕਰ ਲਈਏ, ਕਿਉਂਕਿ ਕਈ ਵਾਰ ਇਹ ਲੱਗਦਾ ਨਾ ਵੀ ਓਕੇ ਜੇ ਗੈਸ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ 48% ਵੱਧ ਗਈਆਂ ਤਾਂ ਇਨਫਲੇਸ਼ਨ 7.7% ਹੈ। ਵੀ ਜੇ ਗੈਸ ਦੀਆਂ ਕੀਮਤਾਂ ਮੰਨਫੀ ਕਰੋ ਫਿਰ ਤਾਂ ਬੜੀ ਘੱਟ ਹੋਣੀ, ਫਿਰ ਤਾਂ ਘੱਟ ਹੋਣੀ। ਈਵਨ ਵਿਦਾਊਟ ਦ ਗੈਸ ਪ੍ਰਾਈਸਿਸ ਇਨਫਲੇਸ਼ਨ 6.3% ਆ। ਤੇ ਅਪ੍ਰੈਲ ਵਿੱਚ ਇਹ ਅੰਕੜਾ 5.8% ਸੀ ਟੋਟਲ ਇਨਫਲੇਸ਼ਨ ਦਾ। ਨਹੀਂ, ਮੰਨਫੀ ਕਰਕੇ। ਸੋ ਵਿੱਚੋਂ ਜੇ ਤੁਸੀਂ ਗੈਸ ਪ੍ਰਾਈਸਿਸ ਕੱਢ ਦਿੰਦੇ ਹੋ ਤੇ ਫਿਰ ਅਪ੍ਰੈਲ ਵਿੱਚ ਇਨਫਲੇਸ਼ਨ ਉਹ 5.8% ਸੀ ਗੈਸ ਤੋਂ ਬਿਨਾਂ, ਤੇ ਉਹ ਅੰਕੜਾ ਮਈ ਦੇ ਵਿੱਚ 6.3% ਆ। ਤੇ ਓਵਰਆਲ ਇਨਫਲੇਸ਼ਨ ਇੱਕ ਵਾਰ ਫਿਰ ਯਾਦ ਕਰਾ ਦਈਏ 7.7%। ਹਾਂ, ਅਪ੍ਰੈਲ ਵਾਲੀ ਓਵਰਆਲ ਇਨਫਲੇਸ਼ਨ 6.8% ਤੇ ਸੀ, ਜਿਹੜੀ ਈਅਰ ਓਵਰ ਈਅਰ ਸੀਗੀ ਜੀ। ਤੇ ਬਸ ਹੁਣ ਤਨਖਾਹਾਂ ਵਿੱਚ ਜਿਹੜਾ ਆਵਰਲੀ ਵੇਜ ਰੇਟ ਜਿਵੇਂ ਤੁਸੀਂ ਦੱਸਿਆ ਉਹਦੇ 'ਚ 3.9% ਦਾ ਹੀ ਵਾਧਾ ਹੋਇਆ। ਜੇ ਓਵਰਆਲ ਐਨਰਜੀ ਪ੍ਰਾਈਸਿਸ ਦੀ ਗੱਲ ਕਰੀਏ, ਸੋ ਫਿਊਲ ਪ੍ਰਾਈਸਿਸ ਤਾਂ ਪਿਛਲੇ ਸਾਲ ਨਾਲੋਂ 48% ਵਧੀਆਂ ਨੇ। ਐਨਰਜੀ ਪ੍ਰਾਈਸਿਸ ਵੀ 34.8% ਦਾ ਉਹਦੇ 'ਚ ਵਾਧਾ ਹੋਇਆ ਈਅਰ ਓਵਰ ਈਅਰ। ਅਤੇ ਅੱਛਾ, ਗੈਸ ਪ੍ਰਾਈਸਿਸ ਜੇ ਮੰਥ ਓਵਰ ਮੰਥ ਵੇਖੀਏ ਕਿ ਅਪ੍ਰੈਲ ਦੇ ਮੁਕਾਬਲੇ ਮਈ 'ਚ ਕਿੰਨੀ ਕੀਮਤ ਵਧੀ ਆ, ਉਹ ਵੀ 12% ਆ। ਸੋ ਅਪ੍ਰੈਲ ਨਾਲੋਂ ਮਈ ਦੇ ਵਿੱਚ ਫਿਊਲ ਜਿਹੜਾ ਹੈ, ਗੈਸ ਹੈ, 12% ਹੋਰ ਮਹਿੰਗੀ ਹੋ ਗਈ ਹੈ। ਅਤੇ ਅਪ੍ਰੈਲ ਵਿੱਚ ਇਹ 0.7% ਘਟੀਆਂ ਸੀ ਐਜ਼ ਕੰਪੇਅਰ ਟੂ ਮਾਰਚ। ਅਤੇ ਅਸੀਂ ਉਦੋਂ ਵੀ ਗੱਲ ਕੀਤੀ ਸੀ ਵੀ ਅਗਲੇ ਮਹੀਨੇ ਤੁਸੀਂ ਵੇਖਣਾ ਕਿ ਪ੍ਰਾਈਸਿਸ ਬਹੁਤ ਵਧਣਗੇ, ਕਿਉਂਕਿ ਜਿਹੜਾ ਵਾਧਾ ਉਹ ਮਈ ਦੇ ਵਿੱਚ ਸ਼ੁਰੂ ਹੋਇਆ ਸੀ। ਅਤੇ ਇਹ ਅਗਲੇ ਮਹੀਨੇ ਦੇ ਅੰਕੜੇ ਇਸ ਤੋਂ ਵੀ ਜ਼ਿਆਦਾ ਹੋਰ ਬੱਤਰ ਹੋ ਸਕਦੇ ਨੇ। ਅਤੇ ਵਿਜੇ ਇਸ ਵਾਰ ਇਹ ਵੀ ਦੱਸਿਆ ਵੀ ਗਰੋਸਰੀਜ਼ ਵੀ ਬੜੀਆਂ ਮਹਿੰਗੀਆਂ ਹੋਈਆਂ। ਸੋ ਜਿਹੜੀਆਂ ਅਸੀਂ ਸਟੋਰ ਤੋਂ ਜਾ ਕੇ ਗਰੋਸਰੀਜ਼ ਖਰੀਦਦੇ ਹਾਂ, ਉਹ ਐਵਰੇਜ 9.7% ਵਧੀਆਂ ਇਨ ਦ ਲਾਸਟ 12 years ਈਅਰ ਓਵਰ ਈਅਰ ਬੇਸਿਸ 'ਤੇ ਉਹਨਾਂ ਦੇ ਪ੍ਰਾਈਸਿਸ ਵਧੇ। ਅਤੇ ਇਹਦੇ ਵਿੱਚ ਦੱਸਿਆ ਜਾਂਦਾ ਵੀ ਜਿਹੜੀਆਂ ਫਰੈਸ਼ ਵੈਜੀਟੇਬਲਸ ਨੇ, ਐਡੀਬਲ ਫੈਟਸ ਨੇ, ਆਇਲਸ ਜਿਹੜੇ ਆਪਾਂ ਤੇਲ ਕੁਕਿੰਗ ਆਇਲ ਇਸਤੇਮਾਲ ਕਰਦੇ ਹਾਂ, ਕੁਕਿੰਗ ਆਇਲ ਤਾਂ ਕਹਿੰਦੇ 30% ਵੱਧ ਗਿਆ ਪ੍ਰਾਈਸ ਉਹਦਾ ਐਜ਼ ਕੰਪੇਅਰ ਟੂ ਲਾਸਟ ਈਅਰ। ਅਤੇ ਫਰੈਸ਼ ਵੈਜੀਟੇਬਲਸ 10.3% ਉਹਨਾਂ ਦੇ ਪ੍ਰਾਈਸਿਸ ਵਧੇ। ਮੀਟ ਪ੍ਰਾਈਸਿਸ ਤਕਰੀਬਨ 9% ਵਧੇ। ਅਪ੍ਰੈਲ ਵਿੱਚ ਇਹ ਅੰਕੜਾ ਹਾਲਾਂਕਿ 10% ਸੀ, ਪਰ ਫਿਰ ਵੀ 9% ਹਾਈਕ
is a lot. So meat price is up 9%, fresh and frozen fish 11.7% ਦਾ ਵਾਧਾ ਹੋਇਆ। ਬਸ ਉਹ ਐਤਕੀ ਮਈ ਮਹੀਨੇ ਦੇ ਵਿੱਚ ਪਹਿਲੀ ਵਾਰ ਸੀ ਕਿ ਯੂਜ਼ਡ ਵਹੀਕਲਸ ਨੂੰ ਵੀ ਇਸ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਸ਼ਾਮਲ ਕੀਤਾ ਗਿਆ। ਪਰ ਇਹ ਦੱਸਿਆ ਗਿਆ ਕਿ ਜੇ ਉਹ ਪੂਰੀ ਦੀ ਪੂਰੇ ਜਿਹੜਾ ਉਹਦਾ ਡੈਡਲਾਈਨ ਸੀ ਨਾ ਡੇਟਾ ਪੁਆਇੰਟ ਵਾਸਤੇ, ਉਹ ਡੈਡਲਾਈਨ ਤੋਂ ਪਹਿਲਾਂ ਸਾਰਾ ਡੇਟਾ ਸਬਮਿਟ ਹੋ ਨਹੀਂ ਸਕਿਆ। ਪਰ ਨਤੀਜਾ ਇਹ ਕੱਢਿਆ ਗਿਆ ਕਿ ਜੇ ਉਹ ਡੇਟਾ ਸ਼ਾਮਲ ਕਰ ਵੀ ਲਿਆ ਜਾਂਦਾ ਤਾਂ ਉਹਦੇ ਨਾਲ ਇਨਫਲੇਸ਼ਨ ਨੰਬਰਸ ਦੇ ਵਿੱਚ ਕੋਈ ਫਰਕ ਨਹੀਂ ਸੀ ਪੈਣ ਵਾਲਾ। ਜੀ, ਤੇ ਇੱਕ ਵਜੇ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵ ਪੈ ਰਿਹਾ ਇੰਟਰਸਟ ਰੇਟਸ ਵਧਣ ਦੇ ਨਾਲ ਉਹ ਹੈਗਾ ਮੌਰਗੇਜ ਪੇਮੈਂਟਸ ਤੇ। ਸੋ ਮੌਰਗੇਜ ਪੇਮੈਂਟਸ ਦੱਸਿਆ ਗਿਆ ਕਿ ਮਈ ਦੇ ਵਿੱਚ 2.7% ਘਟੀਆਂ ਪਿਛਲੇ ਸਾਲ ਦੇ ਕੰਪੈਰੀਜ਼ਨ ਵਿੱਚ, ਪਰ ਇਹ ਜਿਹੜਾ ਘਾਟਾ ਹੈ ਅਪ੍ਰੈਲ ਵਿੱਚ ਇਸ ਤੋਂ ਜ਼ਿਆਦਾ ਸੀ। ਅਪ੍ਰੈਲ ਵਿੱਚ ਜੇ ਪਿਛਲੀ ਸਾਲ ਦੀ ਅਪ੍ਰੈਲ ਨਾਲ ਕੰਪੇਅਰ ਕਰਦੇ ਹੋ ਤਾਂ ਮੌਰਗੇਜ ਪੇਮੈਂਟਸ 4.4% ਸਸਤੀਆਂ ਹੋਈਆਂ ਸੀ, ਘਟੀਆਂ ਸੀ, ਪਰ ਉਹ ਜਿਹੜਾ ਘਾਟਾ ਮਈ ਦੇ ਵਿੱਚ ਘਟਿਆ, ਮਤਲਬ ਕਿ ਸਿਰਫ 2.7% ਪੇਮੈਂਟਸ ਸਸਤੀਆਂ ਹੋਈਆਂ ਐਸ ਕੰਪੇਅਰ ਟੂ ਲਾਸਟ ਈਅਰ। ਉਹਦੇ ਨਾਲ ਵੀ ਕਹਿੰਦੇ ਕਿ ਇਨਫਲੇਸ਼ਨ ਜਿਹੜੇ ਨੰਬਰਸ ਨੇ ਹੋਰ ਉਹ ਅਗਾਂਹ ਵਧੇ, ਉਹਦੇ ਕਰਕੇ ਉਹ ਇਟ ਗਿਵ ਅ ਪੁਸ਼ ਟੂ ਇਨਫਲੇਸ਼ਨ ਨੰਬਰਸ। ਇੱਕ ਨਾ ਬਸ ਇਹ ਗੱਲ ਚੱਲਦੀ ਹੈ ਕਿ ਜਦੋਂ ਘਰਾਂ ਦੀਆਂ ਕੀਮਤਾਂ ਹੁਣ ਘਟਣੀਆਂ ਸ਼ੁਰੂ ਹੋ ਗਈਆਂ, ਮਈ ਦੇ ਵਿੱਚ ਵੀ ਤਾਂ ਪ੍ਰਾਈਸ ਘਟੀ ਸੀ, ਤਾਂ ਫਿਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਉਹ ਕਿਉਂ ਨਹੀਂ ਆਉਂਦੀ ਗੱਲ? ਸੋ ਉਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ, ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿਹੜਾ ਘਰ ਹੈ ਉਹਨੂੰ ਐਜ਼ ਐਨ ਐਸੈਟ ਟਰੀਟ ਕੀਤਾ ਜਾਂਦਾ, ਐਸੈਟ ਕਲਾਸ ਦੇ ਵਿੱਚ ਉਹਨੂੰ ਰੱਖਿਆ ਜਾਂਦਾ, ਤੇ ਉਹਨੂੰ ਇਸਤੇਮਾਲ ਕਰਨ ਦੀ ਹੀ ਜਿਹੜੀ ਕਾਸਟ ਆ ਉਹੀ ਫੈਕਟਰ ਇਨ ਕੀਤੀ ਜਾਂਦੀ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ। ਸੋ ਨਾ ਕਿ ਘਰ ਨੂੰ ਖਰੀਦਣ ਦੀ ਜਾਂ ਉਹਦੀ ਈਵਨ ਡਾਊਨ ਪੇਮੈਂਟ ਵੀ ਉਹਦੇ ਵਿੱਚ ਨਹੀਂ ਕੀਤੀ ਜਾਂਦੀ ਸ਼ਾਮਲ। ਸੋ ਇਸ ਕਰਕੇ ਜਿਹੜੇ ਉਹਦੀ ਕੈਰਿੰਗ ਕਾਸਟ ਆ, ਜਿਹੜੀਆਂ ਮੌਰਗੇਜ ਪੇਮੈਂਟਸ ਨੇ, ਜਿਹੜੇ ਬਾਕੀ ਦੇ ਟੈਕਸਿਸ ਨੇ, CPI ਦੇ ਵਿੱਚ ਉਹ ਆਉਂਦੇ ਨੇ, ਨਾ ਕਿ ਘਰਾਂ ਦੀ ਜਿਹੜੀ ਬੇਸ ਪ੍ਰਾਈਸ ਆ ਉਹ ਨਹੀਂ ਆਉਂਦੀ। ਜੀ, ਇਟਸ ਨਾਟ ਅ ਕੰਜ਼ਿਊਮਰ ਗੁੱਡ। ਹਾਂ, ਐਗਜ਼ੈਕਟਲੀ। ਤੇ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ, ਸੋ ਇਹਦੇ ਵਿੱਚ ਸ਼ੈਲਟਰ ਕਾਸਟ ਦੱਸੀ ਗਈ ਹੈ ਕਿ 7.4% ਵਧੀ ਮਈ ਮਹੀਨੇ ਐਜ਼ ਕੰਪੇਅਰ ਟੂ ਲਾਸਟ ਈਅਰ। ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਹੁਣ ਪੈਂਡੈਮਿਕ ਜਦੋਂ ਖਤਮ ਹੋਇਆ ਤੇ ਲੋਕ ਹੁਣ ਹੋਟਲਸ ਵਿੱਚ ਜਾ ਰਹੇ ਨੇ, ਟਰੈਵਲ ਕਰ ਰਹੇ ਨੇ, ਰੈਸਟੋਰੈਂਟਸ ਦੇ ਵਿੱਚ ਜਾ ਕੇ ਖਾਣਾ ਖਾ ਰਹੇ ਨੇ, ਤੇ ਜਿਹੜੀ ਸਰਵਿਸਿਜ਼ ਦੇ ਪ੍ਰਾਈਸਿਸ 5.2% ਵਧੇ ਮਈ ਮਹੀਨੇ ਐਜ਼ ਕੰਪੇਅਰ ਟੂ ਲਾਸਟ ਈਅਰ। ਤੇ ਅਪ੍ਰੈਲ ਦੇ ਮਹੀਨੇ ਇਹ ਵਾਧਾ 4.6% ਸੀ। ਤੇ ਇਹਦੇ ਵਿੱਚ ਜੇ ਤੁਸੀਂ ਦੇਖੋ ਕਿ ਹੋਟਲ ਵਿੱਚ ਜਾ ਕੇ ਠਹਿਰਨ ਦਾ ਜਿਹੜਾ ਕਾਸਟ ਹੈ ਉਹ ਪਿਛਲੇ ਸਾਲ ਦੇ ਮੁਕਾਬਲੇ 40.6% ਵੱਧ ਗਈ ਹੈ। ਸੋ ਹੋਟਲ ਵਿੱਚ ਠਹਿਰਨਾ ਤਕਰੀਬਨ 41% ਮਹਿੰਗਾ ਹੋ ਗਿਆ, ਤੇ ਰੈਸਟੋਰੈਂਟਸ ਵਿੱਚ ਜਾ ਕੇ ਖਾਣਾ ਖਾਣਾ ਉਹ ਤਕਰੀਬਨ 7%, 6.8% ਟੂ ਬੀ ਪ੍ਰੀਸਾਈਜ਼, ਉਹਦੇ ਵਿੱਚ ਮਹਿੰਗਾਈ ਆਈ। ਫਰਨੀਚਰ ਮਹਿੰਗਾ ਹੋਇਆ, ਈਅਰ ਓਵਰ ਈਅਰ 15.8% ਫਰਨੀਚਰ ਦੀ ਕੀਮਤ ਦੇ ਵਿੱਚ ਵਾਧਾ ਹੋਇਆ। ਤੇ ਜਿਹੜਾ ਇੰਪੋਰਟਡ ਅਪਹੋਲਸਟਰਡ ਫਰਨੀਚਰ ਹੈ, ਕਿਉਂਕਿ ਇਹ ਵਾਸੂ ਪਿਛਲੇ ਸਾਲ ਸਰਕਾਰ ਨੇ ਚਾਈਨਾ ਤੋਂ ਤੇ ਵੀਅਤਨਾਮ ਤੋਂ ਜਿਹੜਾ ਇਸ ਕੈਟਾਗਰੀ ਦਾ ਫਰਨੀਚਰ ਆਉਂਦਾ ਸੀ ਉਹਦੇ ਉੱਪਰ ਇੱਕ ਟੈਰਿਫ ਲਗਾ ਦਿੱਤਾ ਸੀ ਮਈ 2021 ਦੇ ਵਿੱਚ। ਸੋ ਉਹਦੇ ਕਰਕੇ ਵੀ ਜਿਹੜਾ ਇਸ ਕੈਟਾਗਰੀ ਦਾ ਫਰਨੀਚਰ ਹੈ, ਇੰਪੋਰਟਡ ਅਪਹੋਲਸਟਰਡ ਫਰਨੀਚਰ, 22.7% ਕੀਮਤਾਂ ਉਹਦੇ ਵਿੱਚ ਵਧੀਆਂ ਨੇ, which is most of the furniture. that is true. ਤੇ ਜੇ ਵਾਸੂ ਹੁਣ ਸੂਬਾਈ ਪੱਧਰ ਤੇ ਗੱਲ ਕਰੀਏ ਤੇ BC ਦੇ ਵਿੱਚ ਇਨਫਲੇਸ਼ਨ 8.1% ਤੇ ਰਹੀ ਆ। ਤੇ ਜੇ ਤੁਸੀਂ ਦੇਖੋਗੇ ਕਿ ਅਪ੍ਰੈਲ ਤੋਂ ਮਈ ਤੱਕ ਕਿੰਨਾ ਵਾਧਾ ਹੋਇਆ, ਉਹ BC ਦੇ ਵਿੱਚ 1.3% ਹੋਇਆ ਮੰਥ ਓਵਰ ਮੰਥ, ਤੇ ਈਅਰ ਓਵਰ ਈਅਰ ਜਿਹੜਾ 8.1% ਰਹੀ ਇਨਫਲੇਸ਼ਨ।